ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਦੇਸ਼ ਵਿਆਪੀ ਅੰਦੋਲਨ ਵਿੱਚ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਦੇ ਪਿੰਡ ਮਹਮੂ ਜਈਆਂ ਦੇ ਨਿਵਾਸੀ ਕਿਸਾਨ ਜਿਨ੍ਹਾਂ ਨੇ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਮੋਹਰੀ ਰੋਲ ਨਿਭਾਇਆ ਸੀ। ਦੋਨਾਂ ਦੇ ਅੰਦੋਲਨ ਦੌਰਾਨ ਹੋਈ ਸ਼ਹਾਦਤ ਤੇ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਨੌਕਰੀ ਦੇਣ ਅਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਮੌਕੇ ਉੱਪਰ ਕੀਤੇ ਗਏ ਵਾਅਦੇ ਲੰਬੇ ਸਮੇਂ ਬਾਅਦ ਤੱਕ ਵੀ ਸਿਰਫ ਲਾਰੇ ਹੀ ਸਾਬਤ ਹੋ ਰਹੇ ਨੇ। ਦੋਨੋਂ ਪੀੜਤ ਪਰਿਵਾਰਾਂ ਦੀਆਂ ਅੱਖਾਂ ਪੰਜਾਬ ਸਰਕਾਰ ਵੱਲੋਂ ਵਾਅਦਿਆਂ ਵਿੱਚ ਦਿੱਤੀ ਜਾਣ ਵਾਲੀ ਨੌਕਰੀ ਅਤੇ ਹੋਰ ਸਹੂਲਤਾਂ ਮਿਲਣ ਦਾ ਇੰਤਜ਼ਾਰ ਕਰ ਰਹੀਆਂ ਹਨ। ਇਹ ਟੋਲ ਪਲਾਜ਼ਾ ਵੀ ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਲੈ ਕੇ ਸਾਡਾ ਸਾਰਾ ਪਰਿਵਾਰ ਜੁੜਿਆ ਤੇ ਬਸ ਸਾਰਾ ਦਿਨ ਇਹੀ ਗੱਲਾਂ ਕਰਦੇ ਸੀ ਵੀ ਜੇ ਹਾਲਾਤ ਮਾੜੇ ਆਏ ਤੇ ਆਪਾਂ ਵੀ ਔਖੇ ਹੋਵਾਂਗੇ ਜ਼ਮੀਨਾਂ ਦੇ। ਜਦੋਂ ਆਪਣੀਆਂ ਜ਼ਮੀਨਾਂ ਨਾ ਰਹੀਆਂ ਤੇ ਇਸ ਵਿੱਚ ਚਿੰਤਾ ਲੈਂਦੇ ਹੋਏ ਵੀ ਸਾਰਾ ਦਿਨ ਹੀ ਸੋਚਦੇ ਸੀ ਤੇ ਬਸ ਇਹੀ ਕੰਮ ਕਰਦੇ ਸੀ ਵੀ ਚਿੰਤਾ ਹੀ ਰੱਖਦੇ ਸੀ ਹਮੇਸ਼ਾ ਤੇ ਚਿੰਤਾ ਦੇ ਵਿੱਚ ਹੀ ਬਸ ਇਹਨਾਂ ਨੂੰ ਕੁਝ ਹੋਇਆ, ਉੱਥੇ ਅਟੈਕ ਹੋਇਆ ਹੈ ਤੇ ਫਿਰ ਘਰ ਛੱਡ ਗਏ, ਉਹੀਓ ਹੀ ਬਾਈ ਛੱਡ ਗਏ ਜਿਹੜੇ ਕਿਸਾਨ ਜਿਹੜੇ ਕਰ ਰਹੇ ਨੇ ਤੇ ਉਹ ਫਿਰ ਛੱਡ ਗਏ ਨੇ ਤੇ ਅਸੀਂ ਫਿਰ ਲੈ ਗਏ ਆ ਜਲਾਲਾਬਾਦ ਤੇ ਉੱਥੇ ਬਸ 1 ਪੌਣਾ ਘੰਟਾ ਵੀ ਨਹੀਂ ਪਿਆ ਤੇ ਡੈਥ ਹੋ ਗਈ। ਹਾਂਜੀ ਉਸ ਤੋਂ ਬਾਅਦ ਫਿਰ ਸਾਨੂੰ ਵੀ ਉਹਨਾਂ ਮੰਗੀਆਂ ਸੀ ਵੀ ਸਾਡੇ ਕੋਲ ਹੀ ਸਿੱਧਾ ਲੈ ਕੇ ਆਓ, ਸਾਡੇ ਕਿਸਾਨ ਸਾਡੇ ਕੋਲ ਹੀ ਲੈ ਕੇ ਆਓ। ਅਸੀਂ ਫਿਰ ਉੱਥੇ ਗਏ ਤੇ ਉੱਥੇ ਉਹਨਾਂ ਵੀ 2 ਦਿਨ ਉੱਥੇ ਰੱਖੀ ਵੀ ਡੈਡ ਬਾਡੀ ਤੇ ਉੱਥੇ ਵੀ ਸਾਡਾ ਹੁੰਦਾ ਰਿਹਾ ਵੀ ਇਹੋ ਹੀ ਵੀ ਮੰਗਦੇ ਰਹੇ ਤੇ ਸਾਰਾ ਕੁਝ ਉੱਥੇ ਵੀ ਸਾਨੂੰ ਰਹਿਣਾ ਪੈ ਗਿਆ 2 ਦਿਨ। ਉਹਨਾਂ ਸਾਡੀਆਂ ਮੰਗਾਂ ਵੀ ਇਹ ਕਹਿੰਦੇ ਸੀ ਵੀ ਦੇਵਾਂਗੇ ਸਾਨੂੰ ਲਾਰਿਆਂ ਲੱਪਿਆਂ ਵਿੱਚ ਵੀ ਉਹਨਾਂ ਸਾਨੂੰ 5 ਲੱਖ ਤੋਂ ਹੋਰ ਇਲਾਵਾ ਕੁਛ ਨਹੀਂ ਦਿੱਤਾ ਵੀ ਇਹੀ ਸਾਡੀ ਮੰਗ ਸੀ ਵੀ ਸਾਡਾ ਕਰਜ਼ਾ ਮਾਫ ਹੋਵੇ, ਸਾਡਾ ਪਰਿਵਾਰ ਦਾ ਜੀ ਗਿਆ ਹੈ ਤੇ ਸਾਡੇ ਬੱਚਿਆਂ ਨੂੰ ਤਾਂ ਵੀ ਛੋਟੇ ਮੇਰੇ ਬੱਚੇ ਨੇ, ਇਹਨਾਂ ਨੂੰ ਕੋਈ ਸਮਝ ਨਹੀਂ ਹੈਗੀ ਵੀ ਜ਼ਿੰਮੇਵਾਰੀ ਕਿਵੇਂ ਹੁੰਦੀ ਹੈ ਤੇ ਸਾਰਾ ਆਪਦੇ ਹੀ ਉਹ ਕਰਦੇ ਸੀ ਖੇਤੀਬਾੜੀ ਦਾ, ਜਿੰਨੀ ਕੁ ਪੂੰਜੀ ਸੀ ਆਪਦੇ ਬੱਚਿਆਂ ਲਈ ਕਰਦੇ ਸੀ। ਇੱਕ ਪਰਿਵਾਰ ਵਿੱਚ ਜੀ ਜਾਣਾ ਕਿੰਨੀ ਔਖੀ ਹੁੰਦੀ ਹੈ। ਬਸ ਇਹ ਸਾਡੇ ਮੰਗਾਂ ਨਹੀਂ ਪੂਰੀਆਂ ਉਹਨਾਂ ਕੀਤੀਆਂ। ਮੈਂ ਕਹਿੰਦੀ ਸਾਂ ਵੀ ਬੱਚਿਆਂ ਨੂੰ ਸਹਾਰਾ ਮਿਲ ਜਾਵੇ, ਬੱਚਿਆਂ ਕੋਲ ਵੀ ਰੋਟੀ ਨਹੀਂ ਹੈਗੀ, ਜੇ ਰੋਟੀ ਖੁੱਸ ਗਈ ਤੇ ਬੱਚੇ ਮੇਰੇ ਰੁਲ ਜਾਣਗੇ। ਅੱਗੋਂ ਮੈਨੂੰ ਕੋਈ ਮਿਹਨਤ ਵੀ ਨਹੀਂ ਸੀ, ਬੱਚੇ ਨੌਕਰੀ ਹੁੰਦੇ ਕਿ ਬੱਚਿਆਂ ਨੂੰ ਕੋਈ ਰੋਟੀ ਬਾਰੇ ਹੁੰਦਾ, ਬੱਚਿਆਂ ਦਾ ਜੁਗਾੜ ਹੀ ਨਹੀਂ ਸੀ ਤੇ ਬਸ ਇਹ ਸੋਚਦੇ ਸੀ ਹਮੇਸ਼ਾ ਤੇ ਮੈਂ ਇਹੀ ਕਹਿੰਦੀ ਸਾਂ ਮੇਰਾ ਕਰਜ਼ਾ ਮਾਫ ਹੋ ਜਾਵੇ, ਮੈਨੂੰ ਥੋੜ੍ਹਾ ਜਿਹਾ ਦਿਲਾਸਾ ਹੋ ਜਾਵੇ, ਮੈਨੂੰ 10 ਲੱਖ ਮੈਨੂੰ ਮਿਲ ਜਾਵੇ, ਮੇਰੀ ਬੇਟੀ ਔਖੀ ਹੈ ਰੋਟੀ ਤੋਂ, ਉਹ ਨੌਕਰੀ ਮਿਲ ਜਾਵੇ। ਮੈਂ ਇਹੀ ਮੰਗ ਰੱਖਦੀ ਹਾਂ ਬਸ ਸਰਕਾਰ ਅੱਗੇ ਮੇਰੀਆਂ ਇਹੀ ਮੰਗਾਂ ਨੇ। ਮੈਂ ਉਹਨਾਂ ਦੀ ਵੱਡੀ ਨੂੰ ਰਜਨੀਸ਼ ਰਾਣੀ ਪਿੰਡ ਮਾਮੂ ਜੀਆ, ਸਾਡੇ ਪਿਤਾ ਜੀ ਜੋ ਕਿ ਧਰਨੇ ਤੇ ਲਗਾਤਾਰ 2 ਮਹੀਨਿਆਂ ਤੋਂ ਜਾ ਰਹੇ ਸੀ। ਜਿਸ ਦਿਨ ਤੋਂ ਟੋਲ ਪਲਾਜ਼ੇ ਤੇ ਧਰਨਾ ਲੱਗਿਆ ਉਸ ਦਿਨ ਤੋਂ ਸ਼ਾਮਲ ਸੀ। ਉਹਨਾਂ ਨੇ ਹਰੇਕ ਕੰਮ ਵਿੱਚ ਉਹਨਾਂ ਨੇ ਹਿੱਸਾ ਲਿਆ। ਉਹਨਾਂ ਨੇ ਧਰਨੇ ਦੇ ਵਿੱਚ ਜਾ ਕੇ ਸਾਡਾ ਸਾਰਾ ਛੋਟੇ ਤੋਂ ਲੈ ਕੇ ਵੱਡਾ ਮੈਂਬਰ ਤੱਕ, ਸਾਡੇ ਛੋਟੇ ਬੱਚੇ, ਅਸੀਂ ਖੁਦ ਉੱਥੇ ਹਰੇਕ ਮੈਂਬਰ ਸਾਡੇ ਸ਼ਾਮਿਲ ਹੁੰਦੇ ਸੀ। ਸਵੇਰ ਅਸੀਂ 10 ਵਜੇ ਜਾਣਾ, ਰਾਤ ਨੂੰ ਵੀ ਸਾਡੇ ਜਿਹੜੇ ਮੇਰੇ ਹਸਬੈਂਡ ਮੇਰੇ ਦਿਓਰ ਸਾਹਿਬ ਉਹ ਵੀ ਰਾਤ ਨੂੰ ਤਕਰੀਬਨ 10 ਵਜੇ ਘਰ ਆਉਂਦੇ ਸੀ। ਇਸ ਤਰ੍ਹਾਂ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਉੱਥੇ ਧਰਨੇ ਵਿੱਚ ਸ਼ਾਮਿਲ ਹੁੰਦੇ ਸੀ ਤੇ ਜਿਸ ਦਿਨ ਪਾਪਾ ਜੀ ਸਾਡੇ ਧਰਨੇ ਤੇ ਗਏ ਉਹ ਬਸ ਘਰ ਆਏ ਵੀ ਇਹੀ ਕਹਿੰਦੇ ਸੀ ਕਿ ਉੱਥੇ ਹੀ ਹੈ ਸਭ ਕੁਝ ਜੋ ਕਿ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਆ। ਜੇਕਰ ਅੱਜ ਆਪਾਂ ਇਕੱਠੇ ਹੋ ਕੇ ਉੱਥੇ ਧਰਨੇ ਦੇ ਵਿੱਚ ਨਾ ਬੈਠਾਂਗੇ ਤਾਂ ਮੋਦੀ ਨੇ ਆਪਣੀ ਰੋਟੀ ਖੋਹ ਲੈਣੀ ਹੈ ਤੇ ਇਸ ਕਰਕੇ ਸਾਰਿਆਂ ਨੂੰ ਹੀ, ਆਪਣੇ ਰਿਸ਼ਤੇਦਾਰਾਂ ਨੂੰ ਵੀ ਉਹ ਕਹਿੰਦੇ ਸੀ, ਸਭ ਨੂੰ ਕਹਿੰਦੇ ਸੀ ਤੁਸੀਂ ਆ ਕੇ ਧਰਨੇ ਵਿੱਚ ਆਦਾ ਸਹਿਯੋਗ ਦਿਓ। ਇਸ ਤਰ੍ਹਾਂ ਸਾਡੇ ਪਿਤਾ ਜੀ ਜਿਸ ਦਿਨ ਉਹਨਾਂ ਦੀ ਡੈਥ ਹੋਈ ਹੈ ਉਸ ਦਿਨ ਵੀ ਤਕਰੀਬਨ ਉਹ ਪਹਿਲੇ 11 ਵਜੇ ਧਰਨੇ ਤੇ ਗਏ ਆ। ਉੱਥੇ ਉਹਨਾਂ ਨੂੰ ਹਾਰਟ ਦੇ ਪੇਨ ਹੋਈ ਹੈ ਜਿਸ ਕਰਕੇ ਉਹਨਾਂ ਨੂੰ ਧਰਨੇ ਵਾਲੀ ਉਹਨਾਂ ਨੂੰ ਘਰ ਲੈ ਕੇ ਆਏ ਆ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜਲਾਲਾਬਾਦ ਤਕਰੀਬਨ 3 ਵਜੇ ਦੇ ਟਾਈਮ ਸੀ, ਜਿਸ ਟਾਈਮ ਉਹਨਾਂ ਨੂੰ ਤਕਰੀਬਨ ਜਲਾਲਾਬਾਦ ਲੈ ਗਏ ਆ ਤੇ ਉੱਥੇ ਐਡਮਿਟ ਕਰਵਾਇਆ। ਤਕਰੀਬਨ ਘੰਟੇ ਦੇ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਧਰਨੇ ਵਾਲਿਆਂ ਨੇ ਖੁਦ ਕਿਹਾ ਕਿ ਉਹਨਾਂ ਦੀ ਡੈੱਡ ਬੋਡੀ ਨੂੰ ਇੱਥੇ ਧਰਨੇ 'ਤੇ ਲਿਆਂਦਾ ਜਾਵੇ ਟੋਲ ਪਲਾਜ਼ਾ ਮਾਮੂ ਜੀ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਤੁਹਾਡੇ ਹੁਣ ਪਰਿਵਾਰ ਦਾ ਮੈਂਬਰ ਨਹੀਂ ਰਹਿ ਗਿਆ, ਇਹ ਸਾਡੇ ਹੀ ਪਰਿਵਾਰ ਦਾ ਮੈਂਬਰ ਹੈ। ਉਹਨਾਂ ਨੇ ਮੰਗੀ ਕਿ ਸਰਕਾਰ ਤੋਂ
10 ਲੱਖ ਰੁਪਇਆ ਦਿੱਤਾ ਜਾਏ, ਇੱਕ ਪਰਿਵਾਰ ਦੇ ਨੌਕਰੀ ਦਿੱਤੀ ਜਾਏ ਮੈਂਬਰ ਨੂੰ, ਤੇ ਉਹਨਾਂ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਏ। ਪਹਿਲੇ ਤਾਂ ਉਹਨਾਂ ਨੇ ਕੁਝ ਵੀ ਨਹੀਂ ਸਾਡੀ ਕੋਈ ਵੀ ਮੰਗ ਨਹੀਂ ਪੂਰੀ ਕੀਤੀ। 2 ਦਿਨ ਡੈੱਡ ਬੋਡੀ ਰੱਖੀ, ਤੀਸਰੇ ਦਿਨ ਫਿਰ ਉਹਨਾਂ ਨੇ ਕਿਹਾ ਕਿ ਅਸੀਂ 5 ਲੱਖ ਰੁਪਇਆ ਦਾਂਗੇ, ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਾਂਗੇ। ਉਹ ਬਾਰ-ਬਾਰ ਆ ਕੇ ਇਹੀ ਸਾਨੂੰ ਦਿਲਾਸੇ ਦਿੰਦੇ ਸੀ ਕਿ ਇੱਕ ਵਾਰੀ ਤੁਸੀਂ ਡੈੱਡ ਬੋਡੀ ਚੱਕ ਲਓ, ਉਸ ਤੋਂ ਬਾਅਦ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ। ਇਸ ਕਰਕੇ ਉਹਨਾਂ ਨੇ ਪਹਿਲੇ ਤਾਂ ਸਾਨੂੰ ਆ ਕੇ 2 ਲੱਖ ਰੁਪਇਆ ਉੱਥੇ ਹੀ ਦਿੱਤਾ ਟੋਲ ਪਲਾਜ਼ਾ ਮਾਮੂ ਜੀ, ਤੇ ਉਸ ਤੋਂ ਬਾਅਦ ਅਸੀਂ ਡੈੱਡ ਬੋਡੀ ਘਰ ਲੈ ਆਏ ਅਤੇ ਪਾਪਾ ਦਾ ਅੰਤਿਮ ਸੰਸਕਾਰ ਕਰਿਆ। ਉਸ ਤੋਂ ਬਾਅਦ ਜਿਸ ਦਿਨ ਭੋਗ ਸੀ ਉਸ ਦਿਨ ਉਹਨਾਂ ਨੇ 3 ਲੱਖ ਰੁਪਇਆ ਦਿੱਤਾ, ਤੇ ਅਜੇ ਤੱਕ ਵੀ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੌਕਰੀ ਦੀ ਕੋਈ ਵੀ ਉਮੀਦ ਨਹੀਂ ਹੈ। ਨਾ ਕੋਈ ਅਸੀਂ ਆਪਣੀ ਛੋਟੀ ਨਨਦ ਦੇ ਲਈ ਨੌਕਰੀ ਦੀ ਮੰਗ ਕੀਤੀ ਸੀ, ਉਸ ਦੀ ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਮਾੜੀ ਹੈ, ਇਸ ਕਰਕੇ ਅਸੀਂ ਨੌਕਰੀ ਉਹਨਾਂ ਨੂੰ ਦਿੱਤੀ। ਉਹਨਾਂ ਦੇ ਡਾਕੂਮੈਂਟਸ ਵਗੈਰਾ ਅਸੀਂ ਸਭ ਕੁਝ ਫਾਜ਼ਿਲਕਾ DC ਦਫ਼ਤਰ ਤੱਕ ਪਹੁੰਚਾ ਦਿੱਤੇ ਆ, ਪਰ ਸਾਡੀ ਅਜੇ ਕੋਈ ਸਾਨੂੰ ਲੈਟਰ ਨਹੀਂ ਆਈ ਕਿ ਨੌਕਰੀ ਕਦੋਂ ਤੱਕ, ਕਿੰਨੇ ਟਾਈਮ ਤੱਕ ਮਿਲੂਗੀ। ਇਸ ਕਰਕੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਡੇ ਪਰਿਵਾਰ ਦੇ ਮੈਂਬਰ ਨੂੰ ਜਲਦ ਤੋਂ ਜਲਦ ਨੌਕਰੀ ਦਿੱਤੀ ਜਾਏ, ਸਾਡਾ ਸਾਰਾ ਕਰਜ਼ਾ ਮਾਫ ਕੀਤਾ ਜਾਏ, ਤੇ ਜੋ 10 ਲੱਖ ਰੁਪਏ ਦੀ ਮੰਗ ਸੀ ਸਾਡੀ, ਸਾਨੂੰ 5 ਲੱਖ ਦਿੱਤਾ ਗਿਆ, ਤੇ ਸਾਨੂੰ 5 ਲੱਖ ਰੁਪਇਆ ਦੂਸਰਾ ਵੀ ਦਿੱਤਾ ਜਾਏ। ਜੀ ਮੇਰੇ ਪਾਪਾ ਜੀ ਦੀ ਡੈਥ ਟੋਲ ਪਲਾਜ਼ਾ ਮਾਮੂ ਜੀ ਉੱਤੇ ਹੋਈ ਸੀ। ਇਹਨਾਂ ਸਾਰੇ ਪਰਿਵਾਰ ਨੇ ਮਿਲ ਕੇ ਮੈਨੂੰ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕੀਤੀ। ਸਾਰੇ ਮੇਰੇ ਡਾਕੂਮੈਂਟ ਸਾਰੇ ਤਿਆਰ ਹੈ, ਉਹ DC ਦਫ਼ਤਰ ਪਹੁੰਚ ਚੁੱਕੇ ਆ, ਪਰ ਅਜੇ ਤੱਕ ਕੋਈ ਲੈਟਰ ਪੈਡ ਨਹੀਂ ਆਈ, ਤੇ ਇਸ ਲਈ ਮੈਨੂੰ ਨੌਕਰੀ ਦਿੱਤੀ ਜਾਵੇ ਛੇਤੀ ਤੋਂ ਛੇਤੀ। ਲੱਗਿਆ ਸੀ 1 ਅਕਤੂਬਰ ਤੋਂ ਹੀ ਧਰਨੇ ਤੇ ਦਿਨੇ ਰਾਤ ਉੱਥੇ ਹੀ ਰਹਿੰਦੇ ਸੀ, ਦਿਨ ਰਾਤ ਸੇਵਾ ਕਰਦੇ ਸੀ, ਸਾਰੇ ਕੰਮ ਕਾਰ ਉਹਨਾਂ ਉੱਥੇ ਸੰਭਾਲਿਆ। ਫਿਰ 28 ਤਰੀਕ ਨੂੰ ਗਏ, ਦਿੱਲੀ ਗਏ, ਤਬੀਅਤ ਬਿਲਕੁਲ ਠੀਕ ਸੀ, ਕੁਛ ਨਹੀਂ ਸੀ ਉਹਨਾਂ ਨੂੰ। ਉੱਥੇ ਜਾ ਕੇ 31 ਤਰੀਕ ਨੂੰ ਉਹਨਾਂ ਦੀ ਤਬੀਅਤ ਵਿਗੜ ਗਈ, ਉੱਥੇ ਅਟੈਕ ਹੋ ਗਿਆ। ਉੱਥੇ ਬਹਾਦਰਗੜ੍ਹ ਲੈ ਕੇ ਐਂਬੂਲੈਂਸ ਤੇ ਬਹਾਦਰਗੜ੍ਹ ਲੈ ਕੇ ਗਏ। ਉੱਥੇ ਡਾਕਟਰਾਂ ਨੇ ਆਦਾ ਦਵਾਈ ਦੇ ਦਿੱਤੀ, ਤੇ ਉਹਨਾਂ ਕਿਹਾ ਇਹਨੂੰ ਘਰ ਲੈ ਜਾਓ। ਘਰ ਲੈ ਕੇ ਆਇਆ 1 ਤਰੀਕ ਨੂੰ ਘਰ ਲੈ ਕੇ ਆਇਆ, 1 ਜਨਵਰੀ ਨੂੰ ਸ਼ਾਮ ਸਵੇਰੇ 7 ਵਜੇ ਆਏ ਨੇ, ਸ਼ਾਮ ਨੂੰ 8:30 ਉਹਨੇ ਡੈਥ ਹੋ ਗਈ। ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ? ਅਸੀਂ ਸਰਕਾਰ ਤੋਂ ਆਨੇ ਸੀ ਜਿਹੜੇ ਦੂਜਿਆਂ ਨੂੰ ਇਹ ਦਿੰਦੇ ਨੇ, ਸਾਨੂੰ ਵੀ ਉਹ ਸਹੂਲਤਾਂ ਦੇਣ, ਜਿਨ੍ਹਾਂ ਨੂੰ 5 ਲੱਖ ਦਿੱਤਾ ਗਿਆ ਸਾਨੂੰ ਵੀ ਦੇਣ। ਮੇਰੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ, ਮੇਰੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ, ਤੇ ਦੂਜੀਆਂ ਸਹੂਲਤਾਂ ਵੀ ਸਾਨੂੰ ਮਿਲਣ। 10 ਲੱਖ ਦੂਜਿਆਂ ਨੂੰ 10 ਲੱਖ ਮਿਲਿਆ, 5 ਲੱਖ ਮਿਲੇ ਸਾਨੂੰ, ਉਸੇ ਤਰ੍ਹਾਂ ਸਾਨੂੰ ਦਿੱਤਾ ਜਾ, ਮੇਰੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ। ਹੁਣ ਤੱਕ ਸਰਕਾਰ ਦਾ ਕੁਛ ਨਹੀਂ, ਕੋਈ ਸਰਕਾਰ ਦੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਕੋਈ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਹੀਂ ਇੱਥੇ ਆਇਆ। ਕੋਈ ਲੀਡਰ ਆਏ ਨੇ, ਸਾਨੂੰ ਕਿਸੇ ਤਰ੍ਹਾਂ ਕੁਛ ਵੀ ਨਹੀਂ ਸਹੂਲਤ ਦੇ ਗਏ, ਨਾ ਕੋਈ ਕਹਿ ਗਏ ਨੇ ਵੀ ਆਹ ਦੇਵਾਂਗੇ, ਨਾ ਨਹੀਂ ਦੇਵਾਂਗੇ। ਹਲਕਾ ਗੁਰੂ ਸਾਹਿਬ ਦੇ ਪਿੰਡ ਮਾਮੂ ਜੋਈਆ ਦੇ 2 ਸਕੇ ਭਰਾ ਬਲਦੇਵ ਰਾਜ ਤੇ ਕਸ਼ਮੀਰੀ ਲਾਲ ਕਿਸਾਨੀ ਸੰਘਰਸ਼ ਦੇ ਵਿੱਚ ਜੂਝਦੇ ਹੋਏ ਸ਼ਹੀਦੀ ਪਾ ਗਏ ਹੈ। ਜਿੱਦੇ ਤੋਂ ਸੰਘਰਸ਼ ਸ਼ੁਰੂ ਹੋਇਆ ਉਸ ਦਿਨ ਤੋਂ ਪਹਿਲੇ ਦਿਨ ਤੋਂ ਹੀ ਉਹ ਕਿਸਾਨੀ ਸੰਘਰਸ਼ ਦੇ ਵਿੱਚ ਜੁਟ ਗਏ ਸੀ। ਦੋਵਾਂ ਭਰਾਵਾਂ ਨੇ ਬੜੀ ਵੱਡੀ ਜਿਹੜੀ ਕੁਰਬਾਨੀ ਦਿੱਤੀ ਹੈ, ਔਰ ਇਹਨਾਂ ਦਾ ਨਾਂ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ। ਮੈਂ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਦਾ, ਜਿਨ੍ਹਾਂ ਨੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਇਹਨਾਂ ਦਾ ਦੁੱਖ ਵੰਡਾਇਆ ਹੈ, ਔਰ ਹਮੇਸ਼ਾ ਲਈ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਇਹਨਾਂ ਪਰਿਵਾਰਾਂ ਦੇ ਨਾਲ ਖੜਾ ਹੈ। ਸਰਕਾਰ ਨੇ ਜੋ ਇਹਨਾਂ ਨਾਲ ਵਾਅਦੇ ਕੀਤੇ ਸੀ, ਜਿਹੜੇ ਅਜੇ ਅਧੂਰੇ ਰਹਿੰਦੇ ਹੈ, ਸ਼੍ਰੋਮਣੀ ਅਕਾਲੀ ਦਲ ਦਾ ਹਰੇਕ ਵਰਕਰ ਉਹ ਵਾਅਦੇ ਪੂਰੇ ਕਰਾਉਣ ਵਾਸਤੇ, ਪਰਿਵਾਰ ਦੇ ਨਾਲ ਲੜਾਈ ਲੜਨ ਵਾਸਤੇ ਹਰ ਸਮੇਂ ਤਿਆਰ ਹੈ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।